ਧੰਨ ਵਾਹਿਗੁਰੂ ਜੀਓ। ਫਰੀਦਾ ਰਤੀ ਰਾਤ ਨਾ ਨਿਕਲੈ, ਜੇ ਤਨ ਚੀਰੈ ਕੋਇ। ਜੋ ਤਨ ਰਤੇ ਰੱਬ ਸਿਉ, ਤੀਨ ਤਨ ਰਤ ਨਾ ਹੋਇ। ਫਰੀਦਾ ਰਤੀ ਰਾਤ ਨਾ ਨਿਕਲੈ, ਜੇ ਤਨ ਚੀਰੈ ਕੋਇ। ਜੋ ਤਨ ਰਤੇ ਰੱਬ ਸਿਉ, ਤੀਨ ਤਨ ਰਤ ਨਾ ਹੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਵਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਗੁਰੂ ਦਰਬਾਰ ਵਿੱਚ ਸੱਜ ਕੇ ਬੜੇ ਪ੍ਰੇਮ ਇਕਾਗਰਤਾ ਨਾਲ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਗੁਰੂ ਮਿਹਰ ਦੇ ਪਾਤਰ ਬਣ ਕੇ ਆਪਾਂ ਪਹਿਲੇ ਪਿਛਲੇਰੇ ਦੀਵਾਨਾਂ ਵਿੱਚ ਇਹ ਯਤਨ ਕੀਤਾ ਹੈ, ਭਗਤ ਸਾਹਿਬਾਨਾਂ ਦੀ ਮੁਬਾਰਕ ਬਾਣੀ ਨੂੰ ਵਿਚਾਰਨ ਦਾ, ਜਿਸ ਤਹਿਤ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਨੂੰ ਆਪਾਂ ਲੜੀਵਾਰ ਵਿਚਾਰਿਆ। ਸ਼ੇਖ ਫਰੀਦ ਸਾਹਿਬ ਜੀ ਦੇ 4 ਸ਼ਬਦਾਂ ਨੂੰ ਵਿਚਾਰਨ ਉਪਰੰਤ ਆਪਾਂ ਤਿੰਨਾਂ ਦੇ ਸ਼ਲੋਕਾਂ ਦੀ ਲੜੀਵਾਰ ਵਿਚਾਰ ਆਰੰਭ ਕੀਤੀ ਸੀ, ਜਿਸ ਵਿੱਚ ਤਕਰੀਬਨ ਆਪਾਂ 50 ਸ਼ਲੋਕਾਂ ਦੀ ਵਿਚਾਰ ਸੰਗਤੀ ਰੂਪ ਵਿੱਚ ਕਰਨ ਦਾ ਯਤਨ ਕੀਤਾ ਹੈ। ਜਿਸ ਪਾਵਨ ਸ਼ਲੋਕ ਦਾ ਆਪ ਜੀ ਨੇ ਪਾਠ ਸ਼ਰਵਣ ਕੀਤਾ ਹੈ ਉਹ 51 ਨੰਬਰ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1380 ਉੱਪਰ। ਇਸ ਤੋਂ ਜੋ ਪਿਛਲਾ ਸ਼ਲੋਕ 50 ਨੰਬਰ ਸ਼ਲੋਕ ਹੈ, ਤਾਂ ਕਿ ਗੱਲ ਪਕੜ ਵਿੱਚ ਆਏ, ਇਸ ਸ਼ਲੋਕ ਦਾ ਭਾਵ ਸਾਨੂੰ ਸਾਰਿਆਂ ਨੂੰ ਸਮਝ ਵਿੱਚ ਆਏ, ਉਸ ਸ਼ਲੋਕ ਦੇ ਉੱਤੇ ਥੋੜੀ ਜਿਹੀ ਵਿਚਾਰ ਕਰਨੀ ਲਾਹੇਵੰਦੀ ਹੋਵੇਗੀ। ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ 50 ਨੰਬਰ ਸ਼ਲੋਕ ਵਿੱਚ ਫਰਮਾਇਆ ਹੈ, ਫਰੀਦਾ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਕਈ ਵਾਰ ਵੈਸੇ ਸੰਸਾਰ ਦੇ ਹਰ ਇੱਕ ਕੰਮ ਦੇ ਵਿੱਚ ਮਨੁੱਖ ਸੁਖੈਨ ਤਰੀਕਾ ਲੱਭਦਾ ਹੈ। ਕਿਤੇ ਸਫ਼ਰ ਕਰਨਾ ਹੋਵੇ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਸਾਧਨ ਵਧੀਆ ਹੋਵੇ ਤੇ ਛੇਤੀ ਪਹੁੰਚਾਉਣ ਵਾਲਾ ਹੋਏ, ਤਾਂ ਕਿ ਸਾਨੂੰ ਨਿੱਕੀ ਮੋਟੀ ਮੁਸ਼ਕਲ ਦਾ ਵੀ ਸਾਹਮਣਾ ਨਾ ਕਰਨਾ ਪਏ। ਸੰਸਾਰ ਦੀ ਹਰ ਇੱਕ ਚੀਜ਼ ਨੂੰ ਅਸੀਂ ਵਰਤਣ ਲੱਗਿਆਂ, ਹਰ ਇੱਕ ਚੀਜ਼ ਨੂੰ ਅਪਣਾਉਣ ਲੱਗਿਆਂ ਸਭ ਤੋਂ ਪਹਿਲਾਂ ਇਹ ਸੋਚਦੇ ਹਾਂ ਇਸ ਵਿੱਚ ਸਾਨੂੰ ਘੱਟ ਤੋਂ ਘੱਟ, ਥੋੜੀ ਤੋਂ ਥੋੜੀ ਬੇਮਾਲੂਮੀ ਜਿਹੀ ਮਿਹਨਤ ਕਰਨੀ ਪਵੇ, ਜ਼ਿਆਦਾ ਤਰੱਦਦ, ਜ਼ਿਆਦਾ ਮਿਹਨਤ ਦੀ ਲੋੜ ਨਾ ਪਵੇ, ਕੋਈ ਮੁਸ਼ਕਲ ਪੇਸ਼ ਨਾ ਆਏ ਤੇ ਸਹੂਲਤ ਵੱਧ ਹੋਵੇ, ਸੁੱਖ ਵੱਧ ਹੋਵੇ। ਮਨੁੱਖ ਇਹੀ ਸੋਚ ਧਰਮ ਦੇ ਵਿਸ਼ੇ ਉੱਪਰ ਵੀ ਰੱਖਦਾ ਹੈ। ਮਨੁੱਖ ਸੋਚਦਾ ਜੇ ਇਕੱਲੇ ਤਨ ਨੂੰ ਖਾਸ ਪਹਿਰਾਵੇ, ਭੇਖ, ਲਿਬਾਸ ਜਾਂ ਚੀਜ਼ਾਂ ਦੇ ਨਾਲ ਕੱਜ ਕੇ, ਢੱਕ ਕੇ, ਸ਼ਿੰਗਾਰ ਕੇ, ਸਵਾਰ ਕੇ ਜਾਂ ਕੁਝ ਗਿਣਤੀ ਮਿਣਤੀ ਦੇ ਬਾਹਰੀ ਕਰਮ ਕਰਕੇ ਜੇ ਮੈਂ ਧਰਮੀ ਬਣਦਾ ਤਾਂ ਇਹ ਮੇਰੇ ਲਈ ਵਧੀਆ ਤਰੀਕਾ ਹੈ। ਇਹਦੇ ਨਾਲ ਮੈਂ ਲੋਕਾਂ ਦੇ ਵਿੱਚ ਆਪਣੀ ਲੁੱਕ ਜਿਹੜੀ ਹੈ, ਆਪਣੀ ਇਮੇਜ ਜਿਹੜੀ ਹੈ, ਜਾਂ ਆਪਣਾ ਪ੍ਰਭਾਵ ਜਿਹੜਾ ਹੈ, ਇੱਕ ਧਾਰਮਿਕ ਮਨੁੱਖ ਵਜੋਂ ਲੋਕਾਂ ਦੇ ਮਨ ਦੇ ਉੱਤੇ ਪਾ ਸਕਦਾ।
ਹਾਲਾਂਕਿ ਧਰਮ ਜਿਹੜਾ ਹੈ ਮਨੁੱਖ ਦੀ ਸੁਰਤ ਨੂੰ ਬਦਲਣ ਦਾ ਵਿਸ਼ਾ ਹੈ। ਪਹਿਰਾਵਾ ਸਾਨੂੰ ਕਿਸੇ ਵੀ ਸੰਸਾਰ ਦੀ ਕੋਈ ਵੀ ਆਪਾਂ ਦੇਖਦੇ ਹਾਂ, ਵੱਖ-ਵੱਖ ਫੀਲਡ ਦੇ ਵਿੱਚ ਹਰ ਇੱਕ ਦਾ ਪਹਿਰਾਵਾ ਹੈ। ਤੁਸੀਂ ਬੈਂਕ ਵਿੱਚ ਜਾਂਦੇ ਹੋ, ਉੱਥੋਂ ਦੇ ਸਟਾਫ ਨੂੰ ਇੱਕ ਖਾਸ ਪਹਿਰਾਵੇ ਵਿੱਚ ਦੇਖਦੇ ਹੋ। ਸਕੂਲ ਜਾਂਦੇ ਹੋ, ਉੱਥੋਂ ਦੇ ਟੀਚਰ ਜਿਹੜੇ ਹਨ ਉਹ ਕਈ ਵਾਰ ਖਾਸ ਪਹਿਰਾਵੇ ਵਿੱਚ ਹੁੰਦੇ ਨੇ, ਔਰ ਕਈ ਸਕੂਲਾਂ ਦੇ ਵਿੱਚ ਉੱਥੇ ਪੜ੍ਹਨ ਵਾਲੇ ਜਿਹੜੇ ਸਟੂਡੈਂਟਸ ਨੇ, ਵਿਦਿਆਰਥੀ ਨੇ, ਉਹਨਾਂ ਲਈ ਵੀ ਖਾਸ ਪਹਿਰਾਵਾ ਜਾਂ ਚਿੰਨ੍ਹ ਜ਼ਰੂਰੀ ਹੁੰਦੇ ਹਨ। ਅਸੀਂ ਕਿਸੇ ਹਸਪੀਟਲ ਵਿੱਚ ਜਾਂਦੇ ਹਾਂ, ਖਾਸ ਵਰਦੀ ਤੋਂ ਪਹਿਚਾਣ ਹੋ ਜਾਂਦੀ ਹੈ। ਇਹ ਇਸ ਹਸਪਤਾਲ ਦਾ, ਇਸ ਮੈਡੀਕਲ ਲਾਈਨ ਦਾ ਬੰਦਾ ਹੈ, ਇਥੋਂ ਦੀ ਸੰਸਥਾ ਨਾਲ ਜੁੜਿਆ ਹੋਇਆ ਮਨੁੱਖ ਹੈ। ਇਹ ਚੀਜ਼ਾਂ ਕਿਸੇ ਪਛਾਣ ਲਈ ਤਾਂ ਹੋ ਸਕਦੀਆਂ ਨੇ ਕਿ ਮਨੁੱਖ ਕਿਹੜੇ ਵਿਸ਼ੇ ਨਾਲ ਜੁੜਿਆ ਹੋਇਆ ਹੈ ਜਾਂ ਕਿਸ ਸੰਸਥਾ ਨਾਲ ਜੁੜਿਆ ਹੋਇਆ ਹੈ। ਪਰ ਜੇ ਮਨੁੱਖ ਇਹ ਸੋਚਦਾ ਹੈ ਕੇਵਲ ਹੁਣ ਜੇ ਕੋਈ ਡਾਕਟਰ ਦੀ ਵਰਦੀ ਵਰਗਾ ਆਪਣਾ ਪਹਿਰਾਵਾ ਬਣਾ ਲਵੇ ਤੇ ਉਸ ਨੂੰ ਡਾਕਟਰੀ ਵਿਸ਼ੇ ਦਾ ਗਿਆਨ ਕੋਈ ਨਾ ਹੋਵੇ ਤੇ ਉਹ ਲੋਕਾਂ ਦਾ ਇਲਾਜ ਕਰਨ ਲੱਗ ਪਵੇ ਵੀ ਮੈਂ ਵੀ ਡਾਕਟਰ ਹਾਂ, ਕਿਉਂਕਿ ਡਾਕਟਰ ਨੇ ਉਹੋ ਜਿਹਾ ਪਹਿਰਾਵਾ ਪਹਿਨਿਆ ਤੇ ਮੈਂ ਵੀ ਪਹਿਨਿਆ। ਮੈਂ ਵੀ ਇੱਕ ਵਕੀਲ ਹਾਂ, ਕਿਉਂਕਿ ਵਕੀਲ ਨੇ ਇਸ ਤਰ੍ਹਾਂ ਦਾ ਕੋਟ ਪਹਿਨਿਆ ਹੋਇਆ, ਪਹਿਰਾਵਾ ਪਹਿਨਿਆ ਹੋਇਆ ਤੇ ਮੈਂ ਵੀ ਪਹਿਨਿਆ, ਇਸ ਲਈ ਮੈਂ ਵਕੀਲ ਬਣ ਗਿਆ। ਤਾਂ ਹਰ ਕੋਈ ਉਸ ਨੂੰ ਸਮਝਾਏਗਾ ਕਿ ਨਹੀਂ, ਕੇਵਲ ਵਕੀਲ ਵਰਗੀ ਜਾਂ ਡਾਕਟਰ ਵਰਗੀ ਵਰਦੀ ਪਾ ਲੈਣ ਦੇ ਨਾਲ, ਲਿਬਾਸ ਪਹਿਨ ਲੈਣ ਦੇ ਨਾਲ ਤੂੰ ਡਾਕਟਰ ਜਾਂ ਵਕੀਲ ਨਹੀਂ ਬਣ ਸਕਦਾ। ਉਹਦੇ ਲਈ ਤੈਨੂੰ ਮਿਹਨਤ ਵੀ ਕਰਨੀ ਪਏਗੀ, ਉਹਦੇ ਲਈ ਤੈਨੂੰ ਇਸ ਫੀਲਡ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਉਹਦੇ ਲਈ ਤੇਰੇ ਕੋਲ ਉਹਨਾਂ ਵਰਗਾ ਗੁਣ ਤੇ ਹੁਨਰ ਹੋਣਾ ਵੀ ਬੜਾ ਜ਼ਰੂਰੀ ਹੈ। ਪਰ ਧਰਮ ਦੀ ਦੁਨੀਆ ਦੇ ਵਿੱਚ ਅਸੀਂ ਇਹ ਨਹੀਂ ਤੱਕਦੇ ਹਾਂ। ਬਹੁਤਾਤ ਜੋ ਸੰਸਾਰ ਹੈ ਉਹ ਬਾਹਰੀ ਤੌਰ ਦੇ ਉੱਤੇ ਕੇਵਲ ਲਿਬਾਸ ਵੇਖਦਾ ਤੇ ਮੰਨ ਲੈਂਦਾ ਵੀ ਬੰਦਾ ਧਾਰਮਿਕ ਹੋਏਗਾ। ਉਹ ਮੰਨ ਲੈਂਦਾ ਮਨੁੱਖ ਬ੍ਰਹਮ ਗਿਆਨੀ ਵੀ ਹੋਏਗਾ, ਸੰਤ ਵੀ ਹੋਏਗਾ, ਸਭ ਕੁਝ ਹੀ ਹੋਏਗਾ। ਜੋ ਕੁਝ ਕਿਸੇ ਨੂੰ ਦੱਸ ਦਿੱਤਾ ਜਾਏ, ਲੋਕ ਬਹੁਤਾਤ ਗਿਣਤੀ ਜਿਹੜੀ ਹੈ, ਥੋੜੀ ਗਿਣਤੀ ਨੂੰ ਛੱਡ ਕੇ ਉਸ ਗੱਲ ਨੂੰ ਸੱਚ ਮੰਨ ਲੈਂਦੀ ਹੈ ਕਿ ਹਾਂ ਜੋ ਦੱਸਿਆ ਗਿਆ ਹੈ, ਜੋ ਕਿਹਾ ਜਾ ਰਿਹਾ ਹੀ ਸਹੀ ਹੋਣਾ ਹੈ। ਉੱਥੇ ਅਮਲ ਨੂੰ ਨਹੀਂ ਵੇਖਿਆ ਜਾਂਦਾ, ਮਨੁੱਖ ਦੇ ਵਿਹਾਰ ਨੂੰ ਨਹੀਂ ਵੇਖਿਆ ਜਾਂਦਾ, ਕਿਉਂਕਿ ਜਿਨ੍ਹਾਂ ਨੇ ਵਿਹਾਰ ਨੂੰ ਜਾਂ ਅਮਲ ਨੂੰ ਤੱਕਣਾ, ਉਹ ਸੰਸਾਰ ਦੇ ਲੋਕ ਖੁਦ ਹੀ ਔਗਣਾਂ ਦੇ ਵਿੱਚ ਗ੍ਰਸਤ ਨੇ, ਮੁਬਤਲਾ ਨੇ। ਤੋ ਧਾਰਮਿਕ ਮਨੁੱਖ ਜੇ ਕ੍ਰੋਧੀ ਹੈ ਤੇ ਆਮ ਬੰਦਾ ਸੋਚਦਾ ਇਹਦੀ ਵੀ ਕੋਈ ਕਾਰਨ ਹੋਣਾ ਹੈ, ਉਹ ਇਹਨੂੰ ਔਗਣ ਨਹੀਂ ਮੰਨਦਾ, ਕਿਉਂਕਿ ਉਹ ਆਪ ਕ੍ਰੋਧੀ ਹੈ। ਮੰਨਣ ਵਾਲਾ ਆਪ ਵੀ ਕ੍ਰੋਧੀ ਹੈ, ਇਸ ਲਈ ਕਿਸੇ ਵਿੱਚ ਬਦਲਾਅ ਨਹੀਂ ਆਉਂਦਾ, ਨਾ ਮੰਨਣ ਵਾਲੇ ਵਿੱਚ ਨਾ ਮਨਵਾਉਣ ਵਾਲੇ ਵਿੱਚ। ਦੋਵੇਂ ਇੱਕੋ ਜਿਹੇ ਨੇ, ਦੋਵਾਂ ਦੇ ਹਿੱਤ ਦੀ ਸਾਂਝੀ ਪੂਰਤੀ ਹੁੰਦੀ ਹੈ। ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਸ਼ਲੋਕ ਦੇ ਵਿੱਚ ਆਪਣੇ ਸਮੇਂ ਦੀ, ਜੋ ਉਹਨਾਂ ਨੇ ਵੇਖਿਆ ਆਪਣੀਆਂ ਅੱਖਾਂ ਦੇ ਨਾਲ, ਜੋ ਆਲੇ ਦੁਆਲੇ ਵਿੱਚ ਵਰਤਦਾ ਤੱਕਿਆ। ਮੈਂ ਪਹਿਲੇ ਦੀਵਾਨਾਂ ਵਿੱਚ ਇੱਕ ਬਿਨੈ ਕੀਤੀ ਸੀ ਕਿ ਸੂਫੀ ਫਕੀਰਾਂ ਦਾ ਬੜਾ ਸਤਿਕਾਰ ਸਮਾਜ ਦੇ ਵਿੱਚ, ਇਹ ਸਤਿਕਾਰ ਉਹਨਾਂ ਨੂੰ ਬੜੀ ਕਮਾਈ ਨਾਲ ਮਿਲਿਆ, ਬੜੀ ਮਿਹਨਤ ਨਾਲ ਮਿਲਿਆ। ਆਪਣੇ ਉੱਚੇ ਕਿਰਦਾਰ ਕਰੈਕਟਰ ਦਾ ਸਦਕਾ, ਆਪਣੀ ਸਾਦੀ ਜ਼ਿੰਦਗੀ ਦਾ ਸਦਕਾ, ਉੱਚੇ ਵਿਚਾਰਾਂ ਤੇ ਖਿਆਲਾਂ ਦਾ ਸਦਕਾ, ਆਪਣੀ ਪਵਿੱਤਰ ਜ਼ਿੰਦਗੀ ਦਾ ਸਦਕਾ ਉਹਨਾਂ ਨੇ ਸਤਿਕਾਰ ਕਮਾਇਆ ਸੀ। ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦੇ ਨਾਲ ਉਹਨਾਂ ਨੇ ਸਤਿਕਾਰ ਸਮਾਜ ਵਿੱਚ ਕਾਇਮ ਕੀਤਾ ਸੀ। ਉਹ ਵੀ ਵਕਤ ਸਨ ਜਦੋਂ ਕੋਈ ਸੂਫੀ ਫਕੀਰ ਕਿਸੇ ਨਗਰ ਦੇ ਕੋਲ ਦੀ ਲੰਘਦਾ ਤੇ ਲੋਕ ਹੱਥ ਜੋੜ ਕੇ ਉਸ ਨੂੰ ਬੇਨਤੀ ਕਰਦੇ, ਸਿਰ ਝੁਕਾ ਕੇ ਸਿਜਦਾ ਕਰਦੇ ਤੇ ਉਹਨਾਂ ਦੇ ਅੱਗੇ ਦਰਖਾਸਤ ਕਰਦੇ, ਬਿਨੈ ਕਰਦੇ ਕਿ ਉਹ ਇੱਕ ਪਲ ਲਈ ਸਾਡੇ ਕੋਲ ਰੁਕ ਜਾਣ, ਸਾਡੇ ਘਰ ਵਿੱਚ ਆਪਣੇ ਮੁਬਾਰਕ ਕਦਮ ਪਾਉਣ, ਸਾਨੂੰ ਕੋਈ ਖੁਦਾ ਦੀ ਗੱਲ ਦੱਸਣ, ਕੋਈ ਧਰਮ ਤੇ ਈਮਾਨ ਦਾ ਸੱਚਾ ਉਪਦੇਸ਼ ਦੇਣ। ਜਿਸ ਨੂੰ 2 ਘੜੀਆਂ ਵੀ ਉਹਨਾਂ ਦੀ ਸੰਗਤ ਮਿਲ ਜਾਂਦੀ, ਉਹ ਆਪਣੇ ਆਪ ਨੂੰ ਵਡਭਾਗਾ ਸਮਝਦਾ। ਇਹ ਪ੍ਰਭਾਵ ਉਹਨਾਂ ਦੇ ਕਿਰਦਾਰ ਦਾ, ਉਹਨਾਂ ਦੀ ਸਾਦੀ ਜ਼ਿੰਦਗੀ ਦਾ ਹੈ, ਉਹਨਾਂ ਦੇ ਉੱਚੇ ਤੇ ਪਵਿੱਤਰ ਖਿਆਲਾਂ ਦਾ ਔਰ ਪਵਿੱਤਰ ਰਹਿਣੀ ਦਾ ਸੀ, ਉਹਨਾਂ ਦੀਆਂ ਕੁਰਬਾਨੀਆਂ ਦਾ, ਉਹਨਾਂ ਦੀਆਂ ਮਿਹਨਤਾਂ ਤੇ ਮਸ਼ੱਕਤਾਂ ਦਾ ਸੀ। ਪਰ ਇਸ ਸਤਿਕਾਰ ਨੂੰ ਵੇਖ ਕੇ ਕਈਆਂ ਨੂੰ ਲੱਗਿਆ ਵੀ ਇਹ ਤਾਂ ਬੜਾ ਸੋਹਣਾ ਕੰਮ ਹੈ, ਜੇ ਇਹਨਾਂ ਫਕੀਰਾਂ ਵਰਗਾ ਅਸੀਂ ਵੀ ਪਹਿਰਾਵਾ ਪਹਿਨ ਲਈਏ ਤੇ ਅਸੀਂ ਵੀ ਸੂਫੀ ਹੋਵਾਂਗੇ। ਆਮ ਬੰਦੇ ਨੂੰ ਫਰਕ ਕਰਨ ਦਾ ਕੋਈ ਪਤਾ ਤੇ ਨਹੀਂ ਨਾ ਵੀ ਅਸਲ ਸੂਫੀ ਕੌਣ ਹੈ ਤੇ ਨਕਲੀ ਕੌਣ ਹੈ। ਉਹ ਪਹਿਰਾਵਾ ਵੇਖੇਗਾ ਤੇ ਉਹ ਸਾਨੂੰ ਅਸਲੀਆਂ ਵਰਗਾ ਹੀ ਸਮਝੇਗਾ। ਹੁਣ ਉਹ ਸਮੁੱਚੇ ਹੀ ਪਹਿਰਾਵੇ ਦਾ ਜ਼ਿਕਰ ਕੀਤਾ ਬਾਬਾ ਸ਼ੇਖ ਫਰੀਦ ਸਾਹਿਬ ਨੇ। ਕੰਨ ਮੁਸੱਲਾ, ਕੰਨ ਮੋਢੇ ਨੂੰ ਕਹਿੰਦੇ ਨੇ, ਕੰਧੇ ਨੂੰ।
ਮੁਸੱਲਾ ਕਹਿੰਦੇ ਨੇ ਉਸ ਕੱਪੜੇ ਨੂੰ ਜਿਸ ਨੂੰ ਵਿਛਾ ਕੇ ਇੱਕ ਨਮਾਜ਼ੀ ਉਹਦੇ ਉੱਤੇ ਬੈਠ ਕੇ ਖਲੋ ਕੇ ਨਮਾਜ਼ ਅਦਾ ਕਰਦਾ। ਤੁਸੀਂ ਕਈ ਵਾਰ ਵੇਖਿਆ ਹੋਵੇਗਾ ਕਈ ਮੁਸਲਿਮ ਭਰਾ ਤਿਕੋਣਾ ਕੱਪੜਾ, 3 ਨੁਕਰਾ ਕੱਪੜਾ ਉਹਨਾਂ ਨੇ ਮੋਢਿਆਂ ਦੇ ਉੱਤੇ ਸੁੱਟਿਆ ਹੁੰਦਾ, ਉਹਦੀ ਉਹ ਇੱਕ ਕੋਣ ਜਿਹੜੀ ਉਹ ਪਛਾਣ ਹੁੰਦੀ ਹੈ ਤੇ 2 ਮੋਢਿਆਂ ਤੋਂ ਲਮਕਦੀਆਂ ਹੁੰਦੀਆਂ, ਉਹਨੂੰ ਵੀ ਤੁਸੀਂ ਮੁਸੱਲਾ ਕਹਿ ਸਕਦੇ ਹੋ। ਸੂਫ ਦਾ ਮਤਲਬ ਹੈ ਕਾਲੇ ਕੱਪੜੇ, ਉੱਨ ਦੇ ਕਾਲੇ ਕੱਪੜੇ ਜਿਹੜੇ ਸੂਫੀ ਪਹਿਨਦੇ ਸਨ। ਕੰਨ ਮੁਸੱਲਾ, ਸੂਫ ਗਲ, ਦਿਲ ਕਾਤੀ ਗੁੜਵਾਤ। ਗੁੜਵਾਤ ਦਾ ਮਤਲਬ ਹੈ, ਗੁੜ ਤੋਂ ਭਾਵ ਹੈ ਮਿੱਠੀਆਂ ਸੋਹਣੀਆਂ ਸਵਾਦਲੀਆਂ ਗੱਲਾਂ। ਵਾਤ ਦਾ ਮਤਲਬ ਹੈ ਭਾਖਾ, ਬੋਲੀ, ਜੋ ਕਿਹਾ ਜਾਂਦਾ ਹੈ ਉਹ ਬੜਾ ਮਿੱਠਾ ਹੈ। ਪਰ ਮੁਸ਼ਕਿਲ ਕਿੱਥੇ ਹੈ? ਕਿਸੇ ਦੇ ਉੱਨ ਦੇ ਕਾਲੇ ਕੱਪੜੇ ਪਹਿਨਣ ਤੇ ਵੀ ਕੋਈ ਪਾਬੰਦੀ ਨਹੀਂ, ਕੋਈ ਵੀ ਪਹਿਨ ਸਕਦਾ ਹੈ, ਕੋਈ ਮੁਸ਼ਕਿਲ ਨਹੀਂ। ਕੋਈ ਮੋਢੇ ਤੇ ਮੁਸੱਲਾ ਧਰ ਕੇ ਫਿਰ ਸਕਦਾ ਹੈ, ਨਮਾਜ਼ਾਂ ਵੀ ਪੜ੍ਹ ਸਕਦਾ ਹੈ, ਕੋਈ ਪਾਬੰਦੀ ਨਹੀਂ, ਕੋਈ ਮੁਸ਼ਕਿਲ ਨਹੀਂ। ਕੋਈ ਮੂੰਹ ਤੋਂ ਮਿੱਠੀਆਂ ਸਿਆਣੀਆਂ ਚੰਗੀਆਂ ਗੱਲਾਂ ਵੀ ਕਰ ਸਕਦਾ, ਇਹਦੇ ਤੇ ਵੀ ਕੋਈ ਪਾਬੰਦੀ ਨਹੀਂ, ਚੰਗੀ ਗੱਲ ਹੈ। ਪਰ ਮੁਸ਼ਕਿਲ ਇਹ ਹੈ ਜਦੋਂ ਬਾਹਰੋਂ ਇਹ ਸਾਰਾ ਕੁਝ ਦਿਸ ਰਿਹਾ ਹੈ, ਕੰਡੇ ਦੇ ਉੱਤੇ ਮੁਸੱਲਾ ਹੈ, ਗਲ ਵਿੱਚ ਸੂਫੀਆਂ ਵਾਲੇ ਕਾਲੇ ਵਸਤਰ ਨੇ ਉੱਨ ਦੇ, ਤੇ ਮੂੰਹ ਤੋਂ ਮਿੱਠੀਆਂ ਗੱਲਾਂ ਵੀ ਨੇ। ਪਰ ਮੁਸ਼ਕਿਲ ਉੱਥੇ ਹੈ ਦਿਲ ਕਾਤੀ। ਕਾਤੀ ਤੋਂ ਭਾਵ ਹੁੰਦਾ ਹੈ ਛੁਰੀ। ਵੀ ਦਿਲ ਇਸ ਤਰ੍ਹਾਂ ਦਾ ਹੈ ਵੀ ਜਿਵੇਂ ਕਿਸੇ ਨੇ ਛੁਰੀ ਚਲਾ ਰਿਹਾ ਹੋਵੇ। ਦਿਲ 'ਚ ਖਿਆਲ, ਅੰਦਰ ਦੀ ਬਿਰਤੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਸਾਦੇ ਸ਼ਬਦਾਂ ਵਿੱਚ, ਵੀ ਬਿਰਤੀ ਹੈ ਸ਼ਿਕਾਰ ਕਰਨ ਦੀ, ਦੂਜੇ ਦਾ ਬੁਰਾ ਕਰਨ ਦੀ। ਜਾਨੀ ਕਿ ਅੰਦਰ ਬੰਦੇ ਨੇ ਮੈਲ ਰੱਖੀ ਹੈ ਤੇ ਬਾਹਰੋਂ ਉਹ ਆਪਣੇ ਆਪ ਨੂੰ ਪਵਿੱਤਰ ਦੱਸਦਾ ਹੈ। ਨਿਸ਼ਾਨੀਆਂ ਕੁਝ ਹੋਰ ਨੇ ਤੇ ਕਿਰਦਾਰ ਕੁਝ ਹੋਰ ਹੈ। ਮੁਸ਼ਕਿਲ ਇਸ ਜਗ੍ਹਾ ਦੇ ਉੱਤੇ, ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਫਰੀਦ ਸਾਹਿਬ ਕਹਿੰਦੇ ਨੇ ਬਾਹਰੋਂ ਤਾਂ ਐਵੇਂ ਹੈ ਜਿਵੇਂ ਚਾਨਣ ਹੋਵੇ, ਪ੍ਰਕਾਸ਼ ਹੋਵੇ, ਭਾਵ ਬੜਾ ਚੰਗਾ ਲੱਗਦਾ ਹੈ। ਹਰ ਇੱਕ ਨੂੰ ਐਵੇਂ ਲੱਗਦਾ ਵੀ ਜਿਵੇਂ ਸਾਨੂੰ ਰਾਹ ਦੱਸੇਗਾ। ਹਰ ਇੱਕ ਨੂੰ ਐਵੇਂ ਲੱਗਦਾ ਵੀ ਇਹਦੇ ਕੋਲ ਬਹਿਣ ਨਾਲ ਅਸੀਂ ਹਰ ਤਰ੍ਹਾਂ ਦੀ ਮੁਸ਼ਕਲ ਤੋਂ ਮੁਕਤ ਹੋ ਜਾਵਾਂਗੇ, ਅਸੀਂ ਚੰਗੇ ਬਣ ਜਾਵਾਂਗੇ। ਜਿਵੇਂ ਹਨੇਰੇ ਤੋਂ ਹਰ ਕੋਈ ਡਰਦਾ ਹੈ, ਚਾਨਣ 'ਚ ਹਰ ਕੋਈ ਜੀਣਾ ਲੋਚਦਾ ਹੈ। ਦਿਲ ਅੰਧਿਆਰੀ ਰਾਤ, ਪਰ ਦਿਲ ਵਿੱਚ ਜੇ ਦਿਲ ਕਾਤੀ ਹੈ ਤਾਂ ਸਮਝੋ ਅੰਦਰ ਹਨੇਰਾ ਹੈ। ਜੇ ਅੰਦਰ ਬੁਰੀ ਭਾਵਨਾ ਹੈ ਕਿਸੇ ਦੇ ਪ੍ਰਤੀ ਤੇ ਸਮਝੋ ਵੀ ਤੁਸੀਂ ਹਨੇਰੇ 'ਚ ਜੀ ਰਹੇ ਹੋ। ਬਾਹਰ ਹੀ ਬਾਹਰ ਚਾਨਣ ਹੈ, ਅੰਦਰ ਕੋਈ ਚਾਨਣ ਨਹੀਂ, ਅੰਦਰ ਕੋਈ ਪ੍ਰਕਾਸ਼ ਨਹੀਂ। ਤੇ ਫਰੀਦ ਸਾਹਿਬ ਇਸ ਤੋਂ ਅਗਲੇ ਸ਼ਲੋਕ ਵਿੱਚ ਜਿਹੜਾ ਆਪਾਂ ਜਿਸ ਦਾ ਪਾਠ ਕੀਤਾ ਉਸ ਵਿੱਚ ਬਾਬਾ ਜੀ ਫਰਮਾਉਂਦੇ ਨੇ, ਆਖਦੇ ਨੇ, ਫਰੀਦਾ ਰਤੀ ਰਾਤ ਨਾ ਨਿਕਲੇ। ਕਹਿੰਦੇ ਨੇ ਇਹ ਨਿਸ਼ਾਨੀ, ਕੱਲੀ ਇਹੋ ਨਿਸ਼ਾਨੀ, ਕੱਲੇ ਕੇਵਲ ਬਾਹਰ ਦੇ ਸਾਧਨ ਹੀ ਰੱਬ ਦੇ ਬੰਦੇ ਹੋਣ ਦੇ ਨਹੀਂ ਹਨ। ਅੰਦਰ ਦਾ ਪਵਿੱਤਰ ਹੋਣਾ ਵੀ ਸਭ ਤੋਂ ਵੱਡੀ ਗੱਲ ਹੈ। ਤੇ ਉਹਦੀ ਨਿਸ਼ਾਨੀ ਕੀ ਦੱਸੀ ਉਹਨਾਂ ਨੇ? ਕਹਿੰਦੇ ਰਤੀ ਦਾ ਮਤਲਬ ਹੈ ਰਤੀ ਭਰ, ਥੋੜੀ ਕੁ ਵੀ। ਆਪਣੀ ਬੋਲੀ ਵਿੱਚ ਬਿਲਕੁਲ ਥੋੜੀ ਜੀ ਚੀਜ਼ ਦੀ ਗੱਲ ਹੋਵੇ ਤੇ ਆਪਾਂ ਕਹਿੰਦੇ ਰਤੀ ਕੁ। ਵੈਸੇ ਤੋਲ ਦਾ ਇੱਕ ਹਿੱਸਾ ਹੈ ਰਤੀ। ਹੁਣ ਅੱਗੇ ਜਾ ਕੇ ਸ਼ਬਦ ਵਰਤਿਆ ਰਤੀ ਰਤ ਨਾ ਨਿਕਲੇ। ਰਤ ਆਪਾਂ ਲਹੂ ਨੂੰ ਕਹਿੰਦੇ ਆ, ਖੂਨ ਨੂੰ, ਬਲੱਡ ਨੂੰ। ਕਹਿੰਦੇ ਥੋੜਾ ਜਿੰਨਾ ਵੀ ਬਲੱਡ, ਖੂਨ, ਰਤ ਨਹੀਂ ਨਿਕਲਦੀ। ਰਤੀ ਰਤ ਨਾ ਨਿਕਲੇ ਜੇ ਤਨ ਚੀਰੇ ਕੋਈ। ਜੇ ਕੋਈ ਧਰਮੀ ਬੰਦਿਆਂ ਦਾ, ਰੱਬ ਦੇ ਪਿਆਰਿਆਂ ਦਾ, ਦਰਵੇਸ਼ ਪੁਰਸ਼ਾਂ ਦਾ, ਸੱਚੇ ਅਮਲ ਵਾਲਿਆਂ ਦਾ, ਉੱਚੇ ਪਵਿੱਤਰ ਜੀਵਨ ਵਾਲਿਆਂ ਦਾ, ਵਿਹਾਰ ਵਾਲਿਆਂ ਦਾ ਤਨ ਵੀ ਚੀਰ ਦੇਵੇ ਨਾ, ਤੇ ਉਹਨਾਂ ਦੇ ਸਰੀਰ ਵਿੱਚੋਂ ਰਤੀ ਭਰ ਵੀ ਲਹੂ ਨਹੀਂ ਨਿਕਲੇਗਾ। ਇਹ ਨਿਸ਼ਾਨੀ ਕਿਹਦੀ ਹੈ? ਅੱਗੇ ਫਰਮਾਉਂਦੇ ਨੇ, ਜੋ ਸ਼ਹਿ ਰਤੇ, ਜੋ ਤਨ ਰਤੇ ਰੱਬ ਸਿਉ। ਜਿਹੜੇ ਜੀਵਨ ਰੱਬ ਦੇ ਪ੍ਰੇਮ ਵਿੱਚ ਰਤੇ ਗਏ, ਰੰਗੇ ਗਏ, ਜਿਹੜੇ ਪਰਮੇਸ਼ਰ ਦੇ ਪ੍ਰੇਮ ਵਿੱਚ ਆਪਣਾ ਆਪ ਕੁਰਬਾਨ ਕਰਕੇ, ਸਮਰਪਣ ਕਰਕੇ ਜਿਉਂਦੇ ਨੇ, ਤਿੰਨ ਤਨ ਰਤ ਨਾ ਹੋਏ। ਉਹਨਾਂ ਦੇ ਸਰੀਰ 'ਚ ਲਹੂ ਹੁੰਦਾ ਹੀ ਨਹੀਂ। ਹੁਣ ਸੁਭਾਵਿਕ ਤੌਰ ਦੇ ਉੱਤੇ ਇਹ ਸ਼ਲੋਕ ਦੇ ਆਪਾਂ ਅਰਥ ਪੜ੍ਹੇ ਨੇ ਤੇ ਮਨ ਵਿੱਚ ਇਹ ਖਿਆਲ ਆਉਂਦਾ ਹੈ ਵੀ ਇਹ ਕਿਵੇਂ ਹੋ ਸਕਦੀ ਹੈ ਗੱਲ, ਵੀ ਸਰੀਰ ਵਿੱਚ ਲਹੂ ਹੀ ਨਹੀਂ ਹੁੰਦਾ। ਰੱਬ ਨੂੰ ਮੰਨਣ ਵਾਲੇ ਦੇ, ਜਿਹੜਾ ਰੱਬ ਨੂੰ ਸਮਰਪਿਤ ਹੈ, ਪਰਮੇਸ਼ਰ ਨੂੰ ਸਮਰਪਿਤ ਹੈ, ਧਰਮੀ ਹੈ, ਉੱਚ ਖਿਆਲੀ ਹੈ, ਚੰਗਾ ਵਿਹਾਰੀ ਹੈ, ਜਿਹਨੂੰ ਆਪਾਂ ਪਵਿੱਤਰ ਜੀਵਨ ਵਾਲਾ ਕਹਿੰਦੇ ਹਾਂ, ਕੀ ਸੱਚਮੁੱਚ ਉਹਦੇ ਸਰੀਰ 'ਚ ਲਹੂ ਨਹੀਂ ਹੁੰਦਾ? ਜੇ ਕੋਈ ਚੀਰ ਕੇ ਵੇਖਣਾ ਚਾਹੇ ਤਾਂ
ਅਸੀਂ ਬੜੇ ਮਹਾਨ ਪੁਰਖਾਂ ਦੀਆਂ ਐਸੀਆਂ ਸਾਖੀਆਂ ਪੜ੍ਹੀਆਂ ਹਨ, ਬੜੇ ਮਹਾਨ ਲੋਕਾਂ ਦੇ ਐਸੇ ਜੀਵਨ ਬਾਰੇ ਅਸੀਂ ਇਤਿਹਾਸ ਵਿੱਚੋਂ ਕੁਝ ਨਾ ਕੁਝ ਪੜ੍ਹਿਆ, ਤੇ ਸਾਨੂੰ ਉੱਥੇ ਐਸਾ ਕੋਈ ਪੁਰਖ ਨਹੀਂ ਦਿਸਿਆ ਜਿਹਦੇ ਸਰੀਰ ਵਿੱਚ ਲਹੂ ਨਾ ਚੋਂਦਾ ਹੋਵੇ। ਤੇ ਜੇ ਕੋਈ ਇਹੋ ਜਿਹੀ ਗੱਲ ਕਰਦਾ ਵੀ ਹੈ ਤੇ ਸਾਨੂੰ ਥੋੜੀ ਜਿਹੀ ਆਤਕਥਨੀ ਜਿਹੀ ਲੱਗਦੀ ਹੈ ਵੀ ਇਹ ਕਿਵੇਂ ਹੋ ਸਕਦਾ ਹੈ। ਕੁਦਰਤ ਦਾ ਕਾਨੂੰਨ ਨਹੀਂ ਬਦਲ ਸਕਦਾ, ਧਿਆਨ ਵਿੱਚ ਰੱਖਣਾ। ਅੱਗ ਆਪਣਾ ਕੰਮ ਕਰਦੀ ਹੈ, ਪਾਣੀ ਆਪਣਾ ਕੰਮ ਕਰਦਾ ਹੈ, ਹਵਾ ਆਪਣਾ ਕੰਮ ਕਰਦੀ ਹੈ, ਸਰੀਰ ਦਾ ਆਪਣਾ ਧਰਮ ਹੈ, ਮਨ ਦਾ ਆਪਣਾ ਧਰਮ ਹੈ। ਸਰੀਰ ਜੇ ਮਾਂ ਦੀ ਕੁੱਖ ਤੋਂ ਪੈਦਾ ਹੋਇਆ, ਪਿਤਾ ਦੇ ਸੰਜੋਗ ਤੋਂ ਪੈਦਾ ਹੋਇਆ, ਇਹ ਸਰੀਰ ਸਰਦੀ ਵੀ ਹੰਢਾਉਂਦਾ ਹੈ, ਗਰਮੀ ਵੀ ਹੰਢਾਉਂਦਾ ਹੈ, ਇਹਨੂੰ ਭੁੱਖ ਵਿਆਪਦੀ ਹੈ, ਪ੍ਰਸ਼ਾਦਾ ਛਕਦਾ ਹੈ, ਇਹਨੂੰ ਤਾਪ ਬੁਖਾਰ ਹੋਰ ਸਰੀਰ ਦੇ ਰੋਗ ਵੀ ਆ ਕੇ ਘੇਰਦੇ ਨੇ। ਇਹ ਸਰੀਰ ਨੂੰ ਦੁੱਖ ਤੇ ਸੁੱਖ ਦਾ ਵੀ ਅਹਿਸਾਸ ਹੁੰਦਾ ਹੈ। ਇਹ ਸਰੀਰ ਆਖਰ ਨੂੰ ਓੜਕ ਨੂੰ ਪੁਰਾਣਾ ਵੀ ਹੁੰਦਾ, ਮਰਦਾ ਵੀ ਹੈ। ਦੁਨੀਆ ਦਾ ਕੋਈ ਵੀ ਮਹਾਨ ਵਿਅਕਤੀ ਹੈ ਨਾ, ਜਦੋਂ ਬੱਚਾ ਹੈ, ਪੈਦਾ ਹੋਇਆ ਤੇ ਬੱਚਾ ਸੀ, ਫਿਰ ਉਹ ਜਵਾਨ ਹੋਇਆ। ਕਿਸੇ ਮਹਾਨ ਪੁਰਖ ਦੀ ਆਪਾਂ ਜੀਵਨੀ ਪੜ੍ਹਦੇ ਹਾਂ ਨਾ, ਇੰਨੀ ਉਮਰ 'ਚ ਉਹਨੇ ਆਹ ਕੀਤਾ, ਇੰਨੀ, ਇਹਦਾ ਮਤਲਬ ਉਹ ਵੀ ਸਾਡੇ ਵਾਂਗ ਉਮਰ ਦੇ ਪੜਾਵਾਂ 'ਚੋਂ ਗੁਜ਼ਰ ਰਿਹਾ ਜਿਵੇਂ ਸਧਾਰਨ ਬੰਦਾ ਗੁਜ਼ਰੇ। ਅਸੀਂ ਕਹਿੰਦੇ ਜੀ ਉਹਨਾਂ ਦੀ ਇੰਨੀ ਉਮਰ ਹੋਈ, ਕਿਸੇ ਦੀ 70, ਕਿਸੇ ਦੀ 80, ਕਿਸੇ ਦੀ 90। ਤੇ ਇਹਦਾ ਮਤਲਬ ਹੈ ਜਦੋਂ 90 ਦੇ ਪੜਾਅ 'ਚ ਪਹੁੰਚੇ ਹੋਣਗੇ ਤੇ ਠੀਕ ਜਿਹੋ ਜੇ ਸਾਡੇ ਸਾਹਮਣੇ 90 ਸਾਲ ਦੀ ਉਮਰ ਵਾਲੇ ਬਜ਼ੁਰਗ ਨੇ, ਉਹਨਾਂ ਦੇ ਕੇਸ ਵੀ ਚਿੱਟੇ ਹੋਏ, ਸਰੀਰ ਕਮਜ਼ੋਰ ਹੋਇਆ। ਬਾਬਾ ਫਰੀਦ ਸਾਹਿਬ ਦਾ ਆਪਾਂ ਸ਼ਲੋਕ ਪੜ੍ਹੇ ਨੇ ਪਿੱਛੇ, ਜਿਹਦੇ 'ਚ ਉਹਨਾਂ ਨੇ ਜ਼ਿਕਰ ਕੀਤਾ ਹੈ ਵੀ ਸਰੀਰ ਬੁੱਢਾ ਹੋ ਗਿਆ, ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ। ਕਿਤੇ ਉਹਨਾਂ ਨੇ ਅੱਖਾਂ ਦਾ ਜ਼ਿਕਰ ਕੀਤਾ, ਕਿਤੇ ਉਹਨਾਂ ਨੇ ਕੰਨਾਂ ਦਾ ਜ਼ਿਕਰ ਕੀਤਾ। ਇਨੀ ਲੋਏ ਨਹੀਂ ਦੇਖਦਿਆਂ ਕੀਤੀ ਚੱਲ ਗਈ। ਸੋ ਇਹ ਸਾਰਾ ਕੁਝ ਜਿਹੜਾ, ਇਹਦਾ ਮਤਲਬ ਹਰ ਇੱਕ ਦੇ ਉੱਤੇ ਵਾਪਰਦਾ। ਪਰ ਇਹ ਗੱਲ ਬੜੀ ਅਚੰਭੇ ਵਾਲੀ ਹੈ ਵੀ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਜੋ ਤਨ ਰਤੇ ਰੱਬ ਸਿਓ ਤਿੰਨ ਤਨ ਰਤਨ ਲਹੂ ਨਹੀਂ ਹੁੰਦਾ। ਦਰਅਸਲ ਬਾਬਾ ਸ਼ੇਖ ਫਰੀਦ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ, ਪਰ ਉਹਦੀ ਐਕਸਪਲੇਨੇਸ਼ਨ ਮੁਕੰਮਲ ਨਹੀਂ ਹੈ ਇਸ ਸ਼ਲੋਕ ਵਿੱਚ। ਇਹ ਸ਼ਲੋਕ ਥੋੜੀ ਵਿਆਖਿਆ ਮੰਗਦਾ। ਦਰਅਸਲ ਸੂਫੀ ਫਕੀਰਾਂ ਨੇ ਜਦੋਂ ਆਪਣੀ ਕੋਈ ਗੱਲ ਕੀਤੀ ਤਾਂ ਜਿਵੇਂ ਜਿਹਨੂੰ ਅੱਜ ਆਪਾਂ ਕਹਿੰਦੇ ਨਾ ਕੋਡ ਵਰਡ ਦੇ ਵਿੱਚ ਗੱਲ ਕਰਨੀ, ਇਸ਼ਾਰੇ ਦੇ ਵਿੱਚ ਗੱਲ ਕਰਨੀ, ਉਹ ਬਹੁਤੀ ਵਾਰ ਆਪਣੀ ਲਿਖਤ ਵਿੱਚ, ਆਪਣੀ ਕਹਿਣ ਵਿੱਚ, ਲਿਖਤ ਵਿੱਚ ਬੜੀ ਵਾਰ ਉਹ ਇਸ਼ਾਰੇ ਮਾਤਰ ਗੱਲ ਕਰਦੇ ਸਨ। ਗੁਰਬਾਣੀ ਦੇ ਵਿੱਚ ਬਹੁਤ ਐਸੀਆਂ ਉਦਾਹਰਨਾਂ ਨੇ, ਜਿਵੇਂ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਹਿ ਹੋਂ ਬਿਰਹਿ ਜਾਲੀ। ਹੁਣ ਕੋਇਲ ਦਾ ਰੰਗ ਕਾਲੇ ਤੋਂ ਚਿੱਟਾ ਵੀ ਹੋਵੇ, ਨੀਲਾ ਵੀ ਹੋਵੇ, ਹਰਾ ਵੀ ਹੋਵੇ, ਉਹਦੀ ਮਿੱਠੀ ਬੋਲੀ ਕਰਕੇ ਦੁਨੀਆ ਉਹਦੀ ਕਾਇਲ ਹੁੰਦੀ, ਉਹਦੀ ਰੰਗ ਕਰਕੇ ਨਹੀਂ ਹੁੰਦੀ। ਪਰ ਬਾਬਾ ਬਾਣੀ ਦੇ ਵਿੱਚ ਉਹਨਾਂ ਨੂੰ ਪੁੱਛਦੇ ਨੇ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਹਿ ਹੋਂ। ਭਾਵ ਸਮਝਾਉਣਾ ਸੀ, ਇਸ ਕਰਕੇ ਉਹਦੇ ਰੰਗ ਦਾ ਪ੍ਰਤੀਕ ਲਿਆ, ਉਹਦੀ ਬੋਲੀ ਦਾ ਨਹੀਂ ਲਿਆ। ਸੋ ਇਹ ਭਾਵ ਹੁੰਦਾ ਵੀ ਕਿਸੇ ਇਸ਼ਾਰੇ ਨੂੰ ਸਾਹਮਣੇ ਰੱਖ ਕੇ, ਕਿਸੇ ਸਿੰਬਲ ਨੂੰ ਸਾਹਮਣੇ ਰੱਖ ਕੇ ਗੱਲ ਕਰਨੀ। ਸੂਫੀਆਂ ਨੇ ਆਪਣਾ ਤਰੀਕਾ ਬਹੁਤ, ਬਾਬਾ ਸ਼ੇਖ ਫਰੀਦ ਸਾਹਿਬ ਦੇ ਸ਼ਲੋਕ ਤਾਂ ਅਜੇ ਵੀ ਬੜੇ ਸਿੱਧ ਪੱਧਰੇ ਸਪਸ਼ਟ ਨੇ, ਬਹੁਤੇ ਸੂਫੀਆਂ ਨੇ ਗੱਲ ਬੜੀ ਕੋਡਵਰਡ ਦੇ ਵਿੱਚ ਕੀਤੀ, ਕਿਉਂਕਿ ਸਮੇਂ ਦੇ ਕਾਜ਼ੀਆਂ ਦਾ ਜ਼ੁਲਮੀ ਹਥੌੜਾ ਪ੍ਰਹਾਰ ਉਹਨਾਂ ਤੇ ਚੱਲਦਾ ਸੀ, ਇਸ ਕਰਕੇ ਉਹ ਗੱਲ ਬੜੇ ਅਜਬ ਢੰਗ ਨਾਲ ਕਰਦੇ ਸਨ। ਤੋ ਇੱਥੇ ਇਸ ਸ਼ਲੋਕ ਦੀ ਵਿਆਖਿਆ ਦੀ ਜ਼ਰੂਰਤ ਸੀ। ਤੀਸਰੇ ਪਾਤਸ਼ਾਹ ਦਾ ਸ਼ਲੋਕ ਨਾਲ ਦਰਜ ਹੈ, ਇਹ ਸ਼ਲੋਕ 52 ਨੰਬਰ ਹੈ। ਅੱਗੇ ਦਰਜ ਹੈ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਜੀ ਦਾ ਸ਼ਲੋਕ। ਤੇ ਮਹਾਰਾਜ ਫਰਮਾਉਂਦੇ ਨੇ, ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਹੁਣ ਪਹਿਲੀ ਗੱਲ ਹੀ ਗੁਰੂ ਅਮਰਦਾਸ ਮਹਾਰਾਜ ਨੇ ਇਹ ਕਹੀ। ਵੈਸੇ 949 ਨੰਬਰ ਪੰਨੇ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰਾਮਕਲੀ ਕੀ ਵਾਰ ਦੀ 8ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਹੈ। ਕੁਝ ਸ਼ਬਦਾਂ ਦੀ ਬਣਾਵਟ ਵਿੱਚ ਫਰਕ ਹੈ, ਪਰ ਹੂਬਹੂ ਇਹ ਸ਼ਲੋਕ ਉੱਥੇ ਵੀ ਦਰਜ ਹੈ। ਮਹਾਰਾਜ ਨੇ ਮਹਿਸੂਸ ਕੀਤਾ, ਤੀਸਰੇ ਪਾਤਸ਼ਾਹ ਨੇ ਬਾਬਾ ਸ਼ੇਖ ਫਰੀਦ ਸਾਹਿਬ ਦੇ ਸ਼ਲੋਕਾਂ ਨੂੰ ਪੜ੍ਹਦੇ ਹਾਂ ਵੀ ਇਹ ਸ਼ਲੋਕ ਦੀ ਥੋੜੀ ਹੋਰ ਵਿਆਖਿਆ ਹੋਣੀ ਚਾਹੀਦੀ ਹੈ, ਤਾਂ ਕਿ ਪੜ੍ਹਨ ਵਾਲਾ ਇਸ ਇਸ਼ਾਰੇ ਨੂੰ ਸੌਖਿਆਂ ਸਮਝ ਸਕੇ। ਤੋਂ ਪਹਿਲੀ ਗੱਲ ਹੀ ਆਪਣੀ ਆਰੰਭ ਕਰਦੇ ਨੇ ਤੀਸਰੇ ਪਾਤਸ਼ਾਹ ਮਹਾਰਾਜ, ਆਖਦੇ ਨੇ ਇਹ ਤਨ ਸਭੋ ਰਤ ਹੈ, ਇਹ ਸਰੀਰ ਦੀ ਸਾਰੇ ਦੀ ਹੋਂਦ ਹੀ ਲਹੂ ਕਰਕੇ ਹੈ। ਲਹੂ ਇਹਦੀ ਬਣਤਰ ਵਿੱਚ ਪਾਰਟ ਆਫ ਬੋਡੀ ਹੈ। ਜਿਵੇਂ ਅੱਖਾਂ ਸਰੀਰ ਦਾ ਪਾਰਟ ਨੇ, ਕੰਨ ਸਰੀਰ ਦੇ ਪਾਰਟ ਨੇ, ਪੈਰ ਨੇ, ਹਰ ਚੀਜ਼ ਹੈ। ਲਹੂ ਵੀ ਪਾਰਟ ਹੈ।
ਮੁਕੰਮਲ ਸਰੀਰ ਜੀਂਦਾ ਹੀ ਲਹੂ ਕਰਕੇ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਲਹੂ ਤੋਂ ਬਿਨਾ ਸਰੀਰ ਹੋ ਸਕਦਾ ਹੈ? ਪੋਸੀਬਲ ਹੀ ਨਹੀਂ। ਮਹਾਰਾਜ ਨੇ ਕਿਹਾ ਪੋਸੀਬਲ ਹੀ ਨਹੀਂ। ਲਹੂ ਤੋਂ ਬਿਨਾ ਸਰੀਰ ਦੀ ਹੋਂਦ ਹੀ ਨਹੀਂ। ਅੱਗੇ ਸ਼ਬਦ ਫਰਮਾਇਆ, ਕਹਿਣ ਲੱਗੇ, ਜੋ ਸ਼ਹਿਰ ਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ। ਫਰੀਦ ਸਾਹਿਬ ਜੀ ਨੇ ਕਿਹੜੀ ਰਤ, ਕਿਹੜੇ ਲਹੂ ਦੀ ਗੱਲ ਕੀਤੀ ਇੱਥੇ ਸਮਝਾਇਆ। ਜੋ ਸ਼ਹਿਰ ਤੇ ਆਪਣੇ, ਜਿਹੜੇ ਆਪਣੇ ਸ਼ਹਿ, ਖਸਮ, ਮਾਲਕ, ਪਰਮੇਸ਼ਰ, ਰੱਬ ਦੇ ਪ੍ਰੇਮ ਮੁਹੱਬਤ ਵਿੱਚ ਰਤੇ ਨੇ, ਜਿਹੜੇ ਆਪਣਾ ਜੀਵਨ ਉਸ ਦੇ ਗੁਣਾਂ ਨੂੰ ਸਮਰਪਿਤ ਕਰਕੇ ਸਚਿਆਰੇ ਬਣ ਕੇ ਜਿਉਂਦੇ ਨੇ, ਤਿਤ ਤਨ ਲੋਭ ਰਤ ਨਾ ਹੋਏ। ਕਿਹੜੀ ਰਤ ਨਹੀਂ ਹੁੰਦੀ ਉਹਨਾਂ 'ਚ? ਫਰੀਦ ਸਾਹਿਬ ਨੇ ਕਿਧਰ ਇਸ਼ਾਰਾ ਕੀਤਾ ਸੀ? ਲੋਭ ਰਤ। ਲੋਭ ਦਾ ਮਤਲਬ ਕੀ ਹੈ? ਹਿਰਸ, ਜਿਹਨੂੰ ਬਾਣੀ ਨੇ ਕਿਹਾ ਨਾ, ਲੋਭੀ ਕਾ ਵੈਸਾ ਨਾ ਕੀਜੈ। ਲੋਭ ਦੀ ਬੜੀ ਲੰਬੀ ਚੌੜੀ ਐਕਸਪਲੇਨੇਸ਼ਨ ਗੁਰੂ ਗ੍ਰੰਥ ਸਾਹਿਬ 'ਚ। ਪੰਚਮ ਪਾਤਸ਼ਾਹ ਨੇ ਪੰਜਾਂ ਵਿਕਾਰਾਂ ਦੇ ਉੱਤੇ ਹੀ ਇੱਕ ਸ਼ਲੋਕ ਰਚਿਆ, ਸਹਸਕ੍ਰਿਤੀ ਸ਼ਲੋਕ। ਉਹਨਾਂ ਸ਼ਲੋਕਾਂ ਵਿੱਚ ਮੇਰੇ ਹਜ਼ੂਰ ਨੇ ਫਰਮਾਇਆ, ਹੇ ਲੋਭਾ ਲੰਪਟ। ਲੰਪਟ ਦਾ ਮਤਲਬ ਹੁੰਦਾ ਹੈ ਚੰਚਲ। ਕਿਸੇ ਕੋਲ ਕੋਈ ਕੀਮਤੀ ਵਸਤੂ ਵੇਖੀ ਤੇ ਬਾਰ-ਬਾਰ ਉਹਦੇ ਪ੍ਰਤੀ ਮਨ ਦਾ ਭਟਕ ਜਾਣਾ, ਇਹਦਾ ਮਤਲਬ ਅੰਦਰ ਖਿੱਚ ਪਈ ਉਹ ਚੀਜ਼ ਦੀ। ਲੰਪਟ ਉਹਨੂੰ ਕਹਿੰਦੇ ਨੇ ਜਿਹੜਾ ਭਟਕੇ, ਚੰਚਲ ਬਿਰਤੀ ਨਾਲ, ਇੱਕ ਤਾਂ ਟਿਕੇ ਨਾ, ਆਪਣਾ ਤਵਾਜ਼ਨ ਗਵਾ ਲੈ, ਜਿਹਨੂੰ ਆਪਾਂ ਕਹਿੰਦੇ ਆਪਣਾ ਬੈਲੈਂਸ ਗਵਾ ਲੈਣਾ ਕਿਸੇ ਚੀਜ਼ ਨੂੰ ਵੇਖ ਕੇ, ਉਹ ਹੋ ਗਿਆ ਲੰਪਟ। ਹੇ ਲੋਭਾ ਲੰਪਟ ਸੰਗ ਸਿਰ ਮੋਰਾ। ਹੇ ਲੋਭ, ਤੂੰ ਮਨੁੱਖ ਨੂੰ ਚੰਚਲ ਕਰ ਦਿੰਦਾ ਹੈ, ਤੂੰ ਉਹਦੀ ਸਿਰਮੌਰਤਾ ਖੋਹ ਲੈਂਦਾ, ਉਹਦੀ ਵਡਿਆਈ ਤੇ ਪ੍ਰਭਤਾ ਨੂੰ ਦਾਗਦਾਰ ਕਰ ਦਿੰਦਾ। ਅਨਕ ਲਹਿਰੀ ਕਲੋਲ ਤੇ। ਲਹਿਰੀ ਦਾ ਮਤਲਬ ਹੁੰਦਾ ਹੈ ਵੇਵਜ਼। ਵੀ ਇਹ ਨਹੀਂ ਵੀ ਕਿਸੇ ਇੱਕ ਚੀਜ਼ ਦੇ ਉੱਤੇ ਹੀ ਭਟਕਦਾ ਹੈ, ਇਹਦਾ ਕੀ ਪਤਾ ਕਿੱਥੇ ਕਿਹੜੀ ਚੀਜ਼ ਇਹਨੂੰ ਪ੍ਰਭਾਵਿਤ ਕਰ ਜਾਏ ਤੇ ਉਹ ਚੀਜ਼ ਦੇ ਪਿੱਛੇ ਇਹ ਆਪਣਾ ਤਵਾਜ਼ਨ ਗਵਾ ਲੈ। ਤੇਰੀਆਂ ਵੇਵਸ ਉੱਠਦੀਆਂ ਰਹਿੰਦੀਆਂ ਨੇ ਤੇ ਇਹਨੂੰ ਬਾਰ-ਬਾਰ ਡਿਸਟਰਬ ਕਰਦੀਆਂ ਰਹਿੰਦੀਆਂ ਨੇ। ਧਾਵੰਤ ਜੀਆ ਅਨਕ ਪ੍ਰਕਾਰਾਂ। ਜਿਹੜੀ ਜਿੰਦ ਹੈ, ਜੀ ਹੈ, ਜਿਹੜਾ ਹਿਰਦਾ ਹੈ, ਜਿਹੜਾ ਉਹ ਕਈ ਕਿਸਮ ਦੇ ਨਾਲ ਭਟਕਦਾ ਹੈ। ਉਹਦਾ ਕੋਈ ਇੱਕ ਨਿਯਮ ਨਹੀਂ ਹੁੰਦਾ ਭਟਕਣ ਦਾ, ਨਾ ਉਹਦਾ ਕੋਈ ਇੱਕ ਤਰੀਕਾ ਹੁੰਦਾ। ਅਨਕ ਭਾਂਤ ਬਹੁ ਡੋਲ ਤੇ ਨਚੰਗ ਮਿੱਤਰੰ ਨਚ ਇਸ਼ਟੰ। ਉਹਦਾ ਮਤਲਬ ਹੈ ਨਚ, ਨਹੀਂ ਹੈ ਇਸ ਦਾ ਕੋਈ ਮਿੱਤਰ। ਜਦੋਂ ਲੋਭ ਇਹਦੇ ਅੰਦਰ ਹਾਵੀ ਹੋਵੇ ਤੇ ਫਿਰ ਇਹਦਾ ਕੋਈ ਮਿੱਤਰ ਨਹੀਂ, ਕੋਈ ਇਹਦਾ ਭਰਾ ਨਹੀਂ। ਇਸ਼ਟ ਦਾ ਜ਼ਿਕਰ ਵੀ ਕੀਤਾ, ਇਸ਼ਟ ਰੱਬ ਵੀ ਇਹਦਾ ਕੋਈ ਨਹੀਂ। ਇਹ ਬੇਰੱਬਾ ਹੋ ਜਾਂਦਾ ਹੈ, ਬੇਇਸ਼ਟਾ ਹੋ ਜਾਂਦਾ ਹੈ, ਮਨਮੁਖ ਹੋ ਜਾਂਦਾ ਹੈ, ਫਿਰ ਆਪਣੇ ਇਸ਼ਟ ਨਾਲ ਵੀ ਧੋਖਾ ਕਰ ਬੈਠਦਾ। ਨਾ ਚ ਮਾਤ ਪਿਤਾ ਤਬ ਲੱਜਿਆ। ਨਾ ਕੋਈ ਦੀ ਮਾਂ ਹੁੰਦੀ ਉਸ ਵੇਲੇ, ਨਾ ਪਿਓ ਹੁੰਦਾ, ਤੇ ਨਾ ਹੀ ਇਹਨੂੰ ਕਿਸੇ ਦੀ ਲੱਜ ਸ਼ਰਮ ਹਿਆ ਹੁੰਦੀ ਹੈ। ਫਿਰ ਅੱਗੇ ਸ਼ਬਦ ਵਰਤਿਆ ਅਖਾਦਿਅੰ ਖਾਦਿਅੰ। ਜਿਹੜੀ ਚੀਜ਼ ਨਾ ਗ੍ਰਹਿਣ ਕਰਨ ਯੋਗ ਹੈ ਨਾ, ਜਿਹਨੂੰ ਫਟਕਾਰ ਦੇਈਦੀ ਜਿਹੜੀ ਚੀਜ਼ ਨੂੰ, ਇਹ ਤਾਂ ਛੱਡੋ ਪਰੇ, ਇਹਦੀ ਵੀ ਕੋਈ ਕੀਮਤ ਹੈ, ਉਹ ਵੀ ਇਹ ਗ੍ਰਹਿਣ ਕਰ ਲੈਂਦਾ ਹੈ। ਇੱਕ ਉਦਾਹਰਣ ਆਉਂਦੀ ਹੈ ਵੈਰਾਗ ਸ਼ਤਕ ਵਿੱਚ ਕਿ ਭਰਥਰੀ ਜਿਸ ਵੇਲੇ ਸੰਨਿਆਸੀ ਜੋਗੀ ਹੋ ਗਿਆ ਸੀ, ਛੋਟੇ ਜਿਹੇ ਦਾ ਰਾਜ ਸੀ, ਆਪਣਾ ਸਿੰਘਾਸਨ ਛੱਡ ਕੇ ਜੋਗੀ ਹੋ ਗਏ, ਜੋਗ ਮਤ ਤੋਂ ਪ੍ਰਭਾਵਿਤ ਹੋ ਕੇ। ਕਿਸੇ ਨੇ ਪਾਨ ਖਾ ਕੇ ਥੁੱਕਿਆ ਹੋਇਆ ਜ਼ਮੀਨ ਦੇ ਉੱਤੇ, ਉਹ ਕਿਸੇ ਪੱਤੇ ਦੇ ਉੱਤੇ ਥੁੱਕ ਡਿੱਗਿਆ ਹੋਇਆ ਤੇ ਚਮਕੇ। ਹੁਣ ਬੰਦਾ ਜਿਹੜੀ ਲਾਈਨ ਚੋਂ ਆ ਉਹਨੂੰ ਉਹੋ ਜੀ, ਉਹਦੀ ਦ੍ਰਿਸ਼ਟੀ ਵੀ ਉਹੋ ਜੀ ਹੋ ਜਾਂਦੀ, ਉਹਦੀ ਗੱਲਬਾਤ ਵੀ ਉਹੋ ਜੀ ਹੋ ਜਾਂਦੀ। ਸਾਰੀ ਉਮਰ ਦੌਲਤ ਵਿੱਚ ਖੇਡਿਆ ਬੰਦਾ, ਇਵੇਂ ਲੱਗਾ ਵੀ ਜਿਵੇਂ ਕੋਈ ਜ਼ਮੀਨ ਤੇ ਹੀਰਾ ਪਿਆ। ਧਾ ਕੇ ਭੱਜ ਕੇ ਉਹਨੂੰ ਫੜਨਾ ਚਾਹਿਆ ਤੇ ਹੱਥ ਗੰਦਾ ਹੋ ਗਿਆ। ਪਾਨ ਖਾ ਕੇ ਕਿਸੇ ਨੇ ਥੁੱਕਿਆ ਹੋਇਆ ਪੱਤੇ ਦੇ ਉੱਤੇ ਉਹ ਲਿਸ਼ਕ ਰਿਹਾ, ਜਾਨੀ ਕਿ ਦ੍ਰਿਸ਼ਟੀ ਇਹੋ ਜੀ, ਭੁਲੇਖਾ ਇਸ ਤਰ੍ਹਾਂ ਦਾ ਪਿਆ। ਤੇ ਆਪਣੇ ਆਪ ਨੂੰ ਕੋਸਦਾ ਵੀ ਕਮਾਲ ਹੈ, ਹੀਰੇ ਹੀ ਇਕੱਠੇ ਕਰਨੇ ਸਨ ਤੇ ਜਿਹੜੇ ਘਰ ਪਏ ਸਨ ਉਹ ਮਾੜੇ ਸੀ। ਇਹਦਾ ਮਤਲਬ ਹੈ ਵੀ ਤਨ ਦੇ ਉੱਤੇ ਜੋਗੀਆਂ ਵਾਲਾ ਲਿਬਾਸ ਪਹਿਨ ਲਿਆ, ਕੰਨਾਂ 'ਚ ਮੁੰਦਰਾਂ ਪਾ, ਜਿਹੜੀ ਬਿਰਤੀ ਹੈ ਨਾ, ਬਿਰਤੀ ਅਜੇ ਤੱਕ ਨਹੀਂ ਬਦਲੀ। ਤੇ ਜਿੰਨਾ ਚਿਰ ਬਿਰਤੀ ਵਿੱਚ ਫਰਕ ਨਹੀਂ ਪੈਂਦਾ ਉਹਨਾਂ ਚਿਰ ਲਾਭ ਕੀ ਹੈ ਕੰਨਾਂ ਦੀਆਂ ਮੁੰਦਰਾਂ ਦਾ, ਤਨ ਦੇ ਉੱਤੇ ਪਾਏ ਹੋਏ ਲਿਬਾਸ ਦਾ। ਇਹ ਤਾਂ ਇਸ ਗੱਲ ਦੀ ਮੈਂ ਨਿਸ਼ਾਨੀ ਧਾਰਨ ਕੀਤੀ ਹੈ ਵੀ ਮੈਂ ਹੁਣ ਸੰਨਿਆਸ ਲੈ ਲਿਆ,
ਮੇਰਾ ਕੋਈ ਮੋਹ ਨਹੀਂ ਰਿਹਾ, ਨਾ ਦੌਲਤ ਨਾਲ, ਨਾ ਸ਼ੌਹਰਤ ਨਾਲ, ਨਾ ਪ੍ਰਭਤਾ, ਨਾ ਵਡਿਆਈ। ਹੁਣ ਲੋੜ ਹੀ ਨਹੀਂ, ਜਦੋਂ ਬੇਪਛਾਣ ਹੀ ਹੋ ਗਏ, ਆਪਣੀ ਆਇਡੈਂਟੀਟੀ ਤਿਆਗ ਦਿੱਤੀ ਜਦੋਂ। ਜਾਨੀ ਕਿ ਇਹ ਇੱਕ ਉਦਾਹਰਣ ਹੈ ਜਿਸ ਨੂੰ ਮਹਾਰਾਜ ਨੇ ਕਿਹਾ, ਅਨਕ ਭਾਂਤ ਬਹੁ ਡੋਲਤੇ। ਕਦੋਂ, ਕਿੱਥੇ, ਕਿਸ ਵੇਲੇ, ਕਿਸ ਚੀਜ਼ ਉੱਤੇ ਕੋਈ ਪਾਬੰਦੀ ਨਹੀਂ ਇਸ ਗੱਲ ਦੀ, ਕਿਤੇ ਵੀ ਡੋਲ ਸਕਦਾ। ਉਸ ਨੂੰ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਉਹਨਾਂ ਦੇ ਤਨ 'ਚ ਰਤ ਨਹੀਂ ਹੁੰਦੀ, ਤੇ ਤੀਸਰੇ ਪਾਤਸ਼ਾਹ ਨੂੰ ਕਹਿੰਦੇ ਵੀ ਲੋਭ ਰਤ ਨਹੀਂ ਹੁੰਦੀ, ਹਿਰਸ ਨਹੀਂ ਹੁੰਦਾ ਉਹਨਾਂ ਦੇ ਜੀ। ਉਹ ਸਬਰ ਵਾਲੇ ਹੁੰਦੇ ਨੇ, ਸੰਤੋਖ ਵਾਲੇ ਹੁੰਦੇ ਨੇ। ਉਹਨਾਂ ਦਾ ਮਨ ਕਿਸੇ ਵਸਤੂ ਨੂੰ ਵੇਖ ਕੇ ਭਟਕਦਾ ਨਹੀਂ ਹੈ, ਲਾਲਸਾ ਵਸ ਹੋ ਕੇ ਨਾ ਤਾਂ ਉਹ ਡਿਸਟਰਬ ਹੁੰਦੇ ਨੇ, ਤੇ ਨਾ ਉਸ ਡਿਸਟਰਬੈਂਸ ਦੇ ਵਿੱਚ ਉਹ ਕਿਸੇ ਦਾ ਖੋਣ ਹੀ ਤੁਰਦੇ ਨੇ। ਬੰਦਾ ਜਦੋਂ ਕਿਸੇ ਦਾ ਖੋਹਦਾ ਹੈ, ਚੀਟਿੰਗ ਕਰਦਾ ਹੈ, ਠੱਗੀ ਠੋਰੀ ਧੋਖਾ ਕਰਦਾ ਹੈ, ਇਹਦਾ ਮਤਲਬ ਅੰਦਰੋਂ ਡਿਸਟਰਬ ਹੈ, ਇਹਨੂੰ ਕੋਈ ਚੀਜ਼ ਚਾਹੀਦੀ ਹੈ ਜਿਹਦੇ ਪਿੱਛੇ ਇੱਥੋਂ ਤੱਕ ਪਹੁੰਚ ਗਿਆ। ਤਾਂ ਪਹਿਲੋਂ ਮਨੁੱਖ ਆਪਣਾ ਆਪ ਗਵਾਉਂਦਾ ਹੈ, ਫਿਰ ਦੂਜੇ ਦਾ ਖੋਹਣ ਤੁਰਦਾ ਹੈ। ਤਿੰਨ ਤਨ ਲੋਭ ਰਤ ਨਾ ਹੋਏ। ਫਿਰ ਅੱਗੇ ਫਰਮਾਇਆ, ਭੈ ਪੈ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਭੈ ਦਾ ਮਤਲਬ ਹੈ ਅਦਬ। ਭੈ ਦੇ ਦੋ ਅਰਥ ਨੇ ਗੁਰੂ ਗ੍ਰੰਥ ਸਾਹਿਬ 'ਚ, ਇੱਕ ਹੈ ਡਰ, ਇੱਕ ਹੈ ਅਦਬ। ਜਦੋਂ ਤੁਸੀਂ ਡਰ ਵਿੱਚ ਹੁੰਦੇ ਹੋ ਤੇ ਉਹਨਾਂ ਚਿਰ ਹੁੰਦੇ ਹੋ ਜਿੰਨਾ ਚਿਰ ਤੁਹਾਡੇ ਉੱਤੇ ਡਰ ਦਾ ਛੌੜਾ ਪਿਆ ਰਹਿੰਦਾ ਹੈ। ਜਿਹੜੀ ਰਿਸਪੈਕਟ ਹੈ ਉਹ ਪਿੱਠ ਪਿੱਛੇ ਵੀ ਉਨੀ ਕਾਇਮ ਰਹਿੰਦੀ ਹੈ, ਡਰ ਪਿੱਠ ਪਿੱਛੇ ਨਹੀਂ ਰਹਿੰਦਾ। ਸੰਖੇਪ ਵਿੱਚ 1 ਮਿੰਟ ਵਿੱਚ ਗੱਲ ਸਾਂਝੀ ਕਰਾਂ। ਇੱਕ ਕਲਾਸ ਵਿੱਚ 2 ਟੀਚਰ ਪੜ੍ਹਾਉਣ ਆਉਂਦੇ ਨੇ, ਅਧਿਆਪਕ ਆਉਂਦੇ ਨੇ। ਇੱਕ ਦੇ ਹੱਥ ਵਿੱਚ ਸਦਾ ਹੀ ਡੰਡਾ ਰਹਿੰਦਾ। ਜਿਹੜਾ 1 ਸੈਕਿੰਡ ਵੀ ਲੇਟ ਆਇਆ ਕਲਾਸ ਵਿੱਚ, ਉਹਨੇ ਉੱਥੇ ਉਹਨੂੰ ਕੁੱਟਣਾ ਹੈ। 2-4 ਡੰਡੇ ਮਾਰੇ, ਜ਼ਲੀਲ ਕੀਤਾ। ਉਹਨੇ ਰੂਲ ਬਣਾਇਆ ਹੋਇਆ ਵੀ ਇਸ ਤਰ੍ਹਾਂ ਬੈਠਣਾ, ਕਾਪੀ ਪੈਨ ਤੁਹਾਡੇ ਕੋਲ ਚਾਹੀਦਾ ਹੈ, ਕਾਪੀ ਖੁੱਲੀ ਹੋਣੀ ਚਾਹੀਦੀ ਹੈ, ਲੈਸਨ ਵਾਲਾ ਪੇਜ ਓਪਨ ਹੋਣਾ ਚਾਹੀਦਾ, ਸਾਰਾ ਕੁਝ। ਹੁਣ ਉਹਦਾ ਡੰਡੇ ਦਾ ਡਰ ਹੈ। ਸਾਰੀ ਕਲਾਸ ਹੀ ਰੂਲ ਫੋਲੋ ਕਰਦੀ ਹੈ, ਤੇ ਜਿੰਨਾ ਚਿਰ ਉਹ ਕਲਾਸ ਵਿੱਚ ਰਹਿੰਦਾ ਸਾਰੇ ਅੰਡਰ ਪ੍ਰੈਸ਼ਰ ਰਹਿੰਦੇ ਨੇ। ਇਹਦਾ ਕੀ ਪਤਾ ਕੀ ਆਖੇ ਵੀ ਤੁਸੀਂ ਆਹ ਗੱਲ ਨਹੀਂ ਮੰਨੀ, ਜਾਂ ਥੋੜੀ ਜਿਹੀ ਕਿਤੇ ਝਿਜਕੀ, ਕੋਈ ਡਰ ਕੇ ਹੀ ਨਾ ਬੋਲ ਸਕਿਆ ਤੇ ਤਾਂ ਵੀ ਉਹਨੂੰ ਕੁੱਟ ਪੈ ਜਾਏਗੀ। ਇੱਕ ਟੀਚਰ ਹੈ, ਉਹ ਡੰਡੇ ਦੀ ਵਰਤੋਂ ਨਹੀਂ ਕਰਦਾ। ਪਰ ਕਮਾਲ ਦੀ ਗੱਲ ਇਹ ਹੈ ਵੀ ਰੂਲ ਫੋਲੋ ਡੰਡੇ ਨਾਲ ਕਰਵਾਉਣ ਵਾਲਾ ਜਿਹੜਾ ਬੰਦਾ ਹੈ, ਜਿਹੜਾ ਟੀਚਰ ਹੈ, ਉਹਦੇ ਨਾਲੋਂ ਵੀ ਵੱਧ ਡਿਸਿਪਲਿਨ ਜਿਹੜਾ ਹੈ ਉਹ ਬਿਨਾਂ ਡੰਡੇ ਤੋਂ ਆਉਣ ਵਾਲੇ ਦੀ ਕਲਾਸ ਵਿੱਚ ਹੈ। ਉਹ ਜਿਹੜਾ ਰੂਲ ਫੋਲੋ ਕਰਵਾ ਰਿਹਾ ਧੱਕੇ ਨਾਲ, ਜਦੋਂ ਉਹ ਆਉਂਦਾ ਹੈ ਤੇ ਉਹਨੂੰ ਵੇਖ ਕੇ ਸਾਰੇ ਸਾਈਡ ਦੀ ਨਿਕਲ ਜਾਂਦੇ ਨੇ, ਇਹਦੇ ਮੱਥੇ ਜ਼ਰੂਰ ਲੱਗਣਾ। ਤੇ ਜਿਹੜਾ ਦੂਜਾ ਟੀਚਰ ਆਉਂਦਾ ਹੈ ਉਹਨੂੰ ਸਾਰੇ ਹੀ ਮਿਲਣਾ ਚਾਹੁੰਦੇ ਨੇ। ਉਹ ਜਾ ਵੀ, ਉਹਦਾ ਧਿਆਨ ਵੀ ਨਾ ਹੋਵੇ ਤਾਂ ਵੀ ਉਹਦੇ ਅੱਗੇ ਹੋ ਕੇ ਉਹਨੂੰ ਹਰ ਕੋਈ ਬੁਲਾਉਣਾ ਚਾਹੁੰਦਾ ਹੈ। ਫਰਕ ਕੀ ਸੀ? ਇੱਕ ਤੋਂ ਡਰ ਲੱਗਦਾ ਹੈ ਤੇ ਦੂਜੇ ਦਾ ਸਤਿਕਾਰ ਹੈ ਮਨ 'ਚ, ਦੂਜੇ ਦਾ ਆਦਰ ਹੈ ਮਨ 'ਚ। ਇਹ ਹੁਣ ਅਸੀਂ ਸਾਰਿਆਂ ਸੋਚਣਾ ਹੁੰਦਾ ਕਿ ਰੱਬ ਤੋਂ ਅਸੀਂ ਡਰਦੇ ਹਾਂ ਕਿ ਰੱਬ ਦਾ ਆਦਰ ਕਰਦੇ ਹਾਂ। ਅਸੀਂ ਜਿੰਨਾ ਦੁਨੀਆ ਨੂੰ ਦੱਸਿਆ ਨਾ ਵੀ ਜਮਦੂਤ ਹੁੰਦੇ ਨੇ, ਧਰਮਰਾਜ ਹੁੰਦਾ ਹੈ, ਫਰਕ ਕੋਈ ਨਹੀਂ ਪਿਆ। ਧਰਮ ਸਥਾਨਾਂ ਤੇ ਮੰਦਰਾਂ 'ਚ ਬੈਠਿਆਂ ਨੇ ਲੋਕਾਂ ਭਗਵਾਨ ਹੀ ਵੇਚ ਦਿੱਤੇ। ਜਿਹੜੇ ਲੋਕ ਕਹਿੰਦੇ ਸਨ ਅੱਗੇ ਜਮਦੂਤ ਹੈ ਵੀ ਸਜ਼ਾ ਦਿੰਦਾ ਜੇ ਚੋਰੀ ਕਰੀਏ ਤੇ ਗੋਲਕਾਂ ਹੀ ਚੋਰੀ ਹੋ ਗਈਆਂ, ਜਿੱਥੇ ਦਿਨ ਰਾਤ ਧਰਮਰਾਜ ਤੇ ਜਮਦੂਤ ਦਾ ਡਰ ਹੀ ਦਿੱਤਾ ਜਾ ਰਿਹਾ ਸੀ। ਉਤੋਂ ਭਗਵਾਨ ਦੀਆਂ ਮੂਰਤੀਆਂ ਵੀ ਚੋਰੀ ਹੋ ਗਈਆਂ। ਜਿਹੜੇ ਦੱਸ ਰਹੇ ਸਨ ਵੀ ਅੱਗੇ ਜਾ ਕੇ ਸਜ਼ਾਵਾਂ ਮਿਲਦੀਆਂ ਨੇ ਜੇ ਆਪਾਂ ਚੋਰੀ ਕਰੀਏ ਤੇ, ਜੇ ਪਾਪ ਕਰੀਏ ਤੇ ਉਹ ਦੱਸਣ ਵਾਲੇ ਖੁਦ ਹੀ ਪਾਪ ਕਮਾ ਗਏ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਡਰ ਹੈ, ਡਰ ਨਾਲ ਦੁਨੀਆ ਚੱਲਦੀ ਹੈ, ਤੇ ਆਪ ਉਹਨਾਂ ਨੂੰ ਪਤਾ ਸੀ ਵੀ ਫਿਰ ਕੀ ਫਰਕ ਪੈਂਦਾ, ਵੇਖੀ ਜਾਏਗੀ। ਇਹ ਇਸ ਤਰ੍ਹਾਂ ਹੀ ਬੰਦੇ ਸੋਚਦੇ ਨੇ, ਸਧਾਰਨ ਬੰਦੇ। ਪਰ ਜਿਨ੍ਹਾਂ ਦੇ ਅੰਦਰ ਰਿਸਪੈਕਟ ਹੈ, ਅਦਬ ਹੈ, ਸਤਿਕਾਰ ਹੈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਉਹ ਸੋਚਦੇ ਨੇ ਨਹੀਂ, ਗੁਰੂ ਨੇ ਕਿਹਾ ਹੈ ਗੁਰ ਕਹਿਆ ਸਾਕਾਰ ਕਮਾਵੋ। ਮੈਂ ਗੁਰੂ ਦਾ ਅਦਬ ਕਰਦਾ ਹਾਂ, ਰਿਸਪੈਕਟ ਕਰਦਾ, ਮੈਂ ਇਵੇਂ ਨਹੀਂ ਕਰ ਸਕਦਾ, ਆਦਰ ਨਹੀਂ ਕਰ ਸਕਦਾ। ਤੋ ਆਦਰ ਦੇ ਵਿੱਚ ਮੈਂ ਪਾਪ ਨਹੀਂ ਕਮਾ ਸਕਦਾ, ਮੈਂ ਉਹਦਾ ਆਦਰ ਕਰਦਾ, ਮੈਂ ਉਹਦਾ ਸਤਿਕਾਰ ਕਰਦਾ। ਉਹ ਭੈ ਹੈ ਇੱਥੇ ਜਿਸ ਦਾ ਜ਼ਿਕਰ ਫਰੀਦ ਸਾਹਿਬ ਨੇ ਕੀਤਾ। ਭੈ
ਤਨ ਖੀਣ ਹੋਏ, ਉਹਨਾਂ ਦਾ ਤਨ ਕਮਜ਼ੋਰ ਹੋ ਜਾਂਦਾ, ਲਿੱਸਾ ਹੋ ਜਾਂਦਾ। ਇਹਦਾ ਮਤਲਬ ਉਹਨਾਂ ਦੇ ਅੰਦਰ ਪਾਪ ਕਮਾਉਣ ਦੀ ਹਵਸ ਤੇ ਜੋਸ਼ ਨਹੀਂ ਹੁੰਦਾ। ਇਸ ਗੱਲੋਂ ਉਹਨਾਂ ਦਾ ਜੋਸ਼ ਬਿਲਕੁਲ ਠੰਡਾ ਹੁੰਦਾ। ਉਹਨਾਂ ਸਾਹਮਣੇ ਕਿਸੇ ਦੀ ਦੌਲਤ ਪਈ ਰਵੇ, ਉਹ ਕਹਿਣਗੇ ਜਦੋਂ ਮੇਰੀ ਹੈ ਹੀ ਨਹੀਂ, ਗੱਲ ਖਤਮ ਹੈ। ਜਦੋਂ ਮੇਰੀ ਚੀਜ਼ ਹੀ ਨਹੀਂ ਤੇ ਮੈਂ ਇਹਨੂੰ ਕੀ ਕਰਾਂ? ਉਹਨਾਂ ਦੇ ਅੰਦਰ ਉਸ ਤਰ੍ਹਾਂ ਦੀ ਉਤਸੁਕਤਾ ਹੀ ਨਹੀਂ ਜਾਣੀ ਗਈ। ਭੈ ਪਿਆ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਜਦੋਂ ਉਹਨਾਂ ਅੰਦਰ ਪਾਪ ਕਮਾਉਣ ਦੀ ਉਤਸੁਕਤਾ ਹੀ ਨਹੀਂ ਤੇ ਲੋਭ ਦੀ ਰਾਤੀ ਅੰਦਰ ਨਹੀਂ ਹੁੰਦੀ, ਉਹ ਖੂਨ ਸਰਕਲ ਹੀ ਨਹੀਂ ਕਰਦਾ ਉਹਨਾਂ ਦੇ ਅੰਦਰ। ਜਿਹੜੀ ਚੀਜ਼ ਹੈ ਹੀ ਨਹੀਂ ਉਹ ਸਰਕਲ ਕਿਵੇਂ ਕਰੇਗੀ? ਫਿਰ ਅੱਗੇ ਆਖਦੇ ਨੇ, ਜਿਉਂ ਬੈ ਸੰਤਰ ਧਾਤ ਸ਼ੁੱਧ ਹੋਏ ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਏ। ਜਿਵੇਂ ਸੋਨੇ ਨੂੰ ਅੱਗ ਸ਼ੁੱਧ ਕਰ ਦਿੰਦੀ ਹੈ, ਕੁਠਾਲੀ ਚ ਪਾ ਕੇ ਸੁਨਿਆਰਾ ਰੱਖਦਾ ਹੈ ਨਾ, ਸੁਹਾਗਾ ਪਾ ਕੇ ਅੱਗ ਦੇ ਉੱਤੇ, ਤੇ ਉਹ ਅੱਗ ਉਹਨੂੰ ਸ਼ੁੱਧ ਕਰ ਦਿੰਦੀ। ਇਸੇ ਤਰ੍ਹਾਂ ਪਰਮੇਸ਼ਰ ਦਾ ਭੈ ਤੇ ਅਦਬ ਉਹਨਾਂ ਦੇ ਅੰਦਰ ਦੀ ਦੁਰਮਤ ਦੀ ਮੈਲ ਖਤਮ ਕਰ ਦਿੰਦਾ। ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ। ਇਹ ਨਾਨਕ ਉਹ ਸੋਹਣੇ ਨੇ, ਉਹ ਸੁਨੱਖੇ ਨੇ, ਉਹ ਅਸਲ ਸੁਹੱਪਣ ਵਾਲੇ, ਉਹਨਾਂ ਦਾ ਆਤਮਿਕ ਰੂਪ ਬੜਾ ਸੋਹਣਾ ਹੈ, ਜਿਹੜੇ ਪਰਮੇਸ਼ਰ ਹਰੀ ਦੇ ਨਾਲ ਪ੍ਰੇਮ ਕਰਦੇ ਹਨ, ਜਿਹੜੇ ਰੱਬ ਦੇ ਅਦਬ ਵਿੱਚ ਜੀਂਦੇ ਹਨ। ਗਰੀਬ ਨਵਾਜ਼ ਕਿਰਪਾ ਕਰਨ। ਅਗਲੇਰੇ ਸ਼ਲੋਕਾਂ ਦੇ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਆਪ ਸਭਨਾਂ ਦਾ ਧੰਨਵਾਦ। ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।